ਕੀ ਲੌਜਿਕ ਬਣਦਾ ਕਿ ਦੋ ਡਿਪਟੀ ਸੀਐਮ ਮਾਝੇ ਚ ਦਿੱਤੇ ਗਏ। ਵੈਸਟਰਨ ਮਾਲਵੇ ਨੂੰ ਇਗਨੋਰ ਕਰ ਦਿਓਗੇ ਤੇ ਫਿਰ ਤੁਸੀਂ ਸਰਕਾਰ ਬਣਾਉਣ ਦੀ ਕਿੱਥੋਂ ਸੋਚਦੇ ਹੋ। ਮੇਨ ਲੜਾਈ ਤਾਂ ਉੱਥੇ ਹੈ ਅਕਾਲੀ ਦਲ ਨਾਲ ਜਾਂ ਬਾਦਲਾਂ ਨਾਲ, ਆਪ ਦਾ ਵੀ ਗੜ ਉੱਧਰ ਹੈ ਤੇ ਫਿਰ ਆਪਾਂ ਸਰਕਾਰ ਬਣਾਉਣ ਦੀ ਕਿੱਥੋਂ ਸੋਚਦੇ ਹਾਂ। ਤੇ ਜੇ ਤੁਸੀਂ ਉੱਥੇ ਜਿਹੜੇ ਬੰਦਿਆਂ ਨੇ ਲੜਾਈ ਲੜਨੀ ਹੈ ਤੁਸੀਂ ਉਹਨਾਂ ਨੂੰ ਸ਼ਕਤੀ ਨਹੀਂ ਦਿਓਗੇ ਤੇ ਲੜਾਈ ਕਿੱਥੋਂ ਹੋਣੀ। ਤੁਹਾਡੇ ਵੱਲੋਂ ਹਾਈ ਕਮਾਂਡ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜ਼ਰੂਰ ਬਣਨਾ ਚਾਹੀਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਜ਼ਰੂਰ ਬਣਨਾ ਚਾਹੀਦਾ, ਮੈਂ ਤਾਂ ਇੱਕ ਰੀਜਨਲ ਇੰਬੈਲੈਂਸ ਦੀ ਗੱਲ ਕਰ ਰਿਹਾ। ਮਾਲਵੇ ਚੋਂ ਇਹਨਾਂ ਜ਼ਿਲ੍ਹਿਆਂ ਚੋਂ 2 ਵਜ਼ੀਰ ਹਟਾਏ ਗਏ, ਗੁਰਪ੍ਰੀਤ ਸਿੰਘ ਕਾਂਗੜ ਤੇ ਰਾਣਾ ਸੋਢੀ, ਤੇ ਸਿਰਫ ਇੱਕ ਮੋੜਿਆ ਗਿਆ, ਇੱਕ ਉੱਥੋਂ ਫਿਰ ਵੀ ਚੱਕ ਕੇ ਲੈ ਆਂਦਾ ਇੰਨੀਆਂ ਸੀਟਾਂ 'ਚ। ਸੋ ਇਹ ਮਤਲਬ ਚਲੋ ਜੇ ਨਵਾਂ ਨਹੀਂ ਦੇਣਾ ਸੀ ਤੇ ਉਹ 2 ਬਰਥ ਦਾ ਉੱਤੇ ਰਹਿਣ ਦੇਣੇ ਚਾਹੀਦੇ ਸੀ। ਕੋਈ ਚੀਫ ਮਿਨਿਸਟਰ ਬਣ ਜੇ, ਮੰਤਰੀ ਤਾਂ 18 ਹੀ ਬਣਨੇ, ਸਾਰੇ ਤਾਂ ਬਣ ਨਹੀਂ ਸਕਦੇ। ਸੋ ਇਹਦੇ ਪਿੱਛੇ ਰੁੱਸਣ ਦੀ ਲੋੜ ਨਹੀਂ ਹੈ। ਜਿਹੜਾ ਸਭ ਤੋਂ ਵੱਡੀ ਮੁਸ਼ਕਲ ਹੈ ਇਸ ਜੋ ਨਵੀਂ ਕੈਬਨਿਟ ਬਣੀ ਹੈ ਉਹ ਹੈਗੀ ਕਿ ਰੀਜਨਲ ਇੰਬੈਲੈਂਸ ਬਹੁਤ ਜ਼ਿਆਦਾ। ਕੈਪਟਨ ਸਾਹਿਬ ਨੂੰ ਹੁਣ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ, ਜਿੱਥੋਂ ਦੀ ਉਹਨਾਂ ਦੀ ਗੱਲ ਹੈ ਉਹਨਾਂ ਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਜੇ ਉਹੀ ਸਭ ਕੁਝ ਸਮਝ ਕੇ ਚਲਾ ਲੈਂਦੇ ਤੇ ਅੱਜ ਦਾ ਦਿਨ ਹੀ ਨਾ ਹੁੰਦਾ। ਸੋ ਕਿਤੇ ਤਾਂ ਕਮੀਆਂ ਉੱਥੇ ਵੀ ਰਹੀਆਂ ਹੈ ਨਾ, ਤਾਂ ਹੀ ਬਦਲਾਵ ਆਇਆ। ਕਈ ਵਾਰੀ ਨਾ ਕਿਸੇ ਦੀ ਕੋਈ ਪੈਨਸਲ ਚੱਕ ਲੈਂਦਾ ਸੀ ਬੱਚਾ ਤੇ ਟੀਚਰ ਆ ਕੇ ਜੋ ਦਬਕਾ ਮਾਰਦਾ ਸੀ ਕਿ ਵੀ ਦੱਸੋ ਵੀ ਮੈਨੂੰ ਪਤਾ ਕਿਹਨੇ ਚੱਕੀ ਹੈ, ਨਾਲੇ ਟੀਚਰ ਇਹ ਕਹਿੰਦਾ ਉਹ ਜਿਹਨੇ ਚੱਕੀ ਹੁੰਦੀ ਸੀ ਪਹਿਲੇ ਕਹਿੰਦੇ ਨਹੀਂ ਮੈਂ ਨਹੀਂ ਜੀ ਚੱਕੀ, ਕਿਉਂਕਿ ਉਹਨੂੰ ਐ ਸੀ। ਸੋ ਅਕਾਲੀ ਦਲ ਵਾਲਿਆਂ ਨੂੰ ਪਤਾ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ। ਪੰਜਾਬ ਕਾਂਗਰਸ ਦਾ ਅੱਜ ਕੈਬਨਿਟ ਦਾ ਵਿਸਤਾਰ ਹੋ ਰਿਹਾ ਹੈ, ਨਵੇਂ ਬੰਦਿਆਂ ਦੀ ਨਿਯੁਕਤੀਆਂ ਹੋ ਰਹੀਆਂ ਨੇ, ਕੈਬਨਿਟ ਦਾ ਹਿੱਸਾ ਬਣਨ ਜਾ ਰਿਹਾ। ਅੱਜ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਰੋਹ, ਪਰ ਪੰਜਾਬ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਵੱਖ-ਵੱਖ ਆਵਾਜ਼ਾਂ ਉੱਠ ਰਹੀਆਂ ਨੇ ਕੈਬਨਿਟ ਦੀ ਨਿਯੁਕਤੀਆਂ ਲੈ ਕੇ। ਅੱਜ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਵਿਧਾਇਕ ਕਿੱਟੀ ਢਿੱਲੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹ ਕਿਵੇਂ ਦੇਖਦੇ ਆ ਨਵੀਂ ਕੈਬਨਿਟ ਨੂੰ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਨਵੀਂ ਕੈਬਨਿਟ ਨੂੰ? ਬਹੁਤ ਜ਼ਿਆਦਾ ਆਵਾਜ਼ਾਂ ਉੱਠ ਰਹੀਆਂ, ਬਲਬੀਰ ਸਿੱਧੂ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਕਿਵੇਂ ਦੇਖਦੇ? ਦੇਖੋ ਮੇਰੇ ਮੁਤਾਬਕ ਜਿਹੜਾ ਸਭ ਤੋਂ ਵੱਡੀ ਮੁਸ਼ਕਲ ਹੈ ਇਸ ਜੋ ਨਵੀਂ ਕੈਬਨਿਟ ਬਣੀ ਹੈ ਉਹ ਹੈਗੀ ਕਿ ਰੀਜਨਲ ਇੰਬੈਲੈਂਸ ਬਹੁਤ ਜ਼ਿਆਦਾ। ਮੈਂ ਸਮਝਦਾ ਹਾਂ ਕਿ 2022 'ਚ ਕਾਂਗਰਸ ਪਾਰਟੀ ਨੂੰ ਪੂਰੀ ਉਮੀਦ ਵੀ ਹੈ ਤੇ ਅਸੀਂ ਸਾਰੇ ਚਾਹੁੰਦੇ ਵੀ ਹਾਂ ਕਿ ਦੁਬਾਰਾ ਤੋਂ ਸਾਡੀ ਸਰਕਾਰ ਬਣੇ, ਪਰ ਜਿੰਨਾ ਰੀਜਨਲ ਇੰਬੈਲੈਂਸ ਹੋਇਆ ਉਹਦੇ ਨਾਲ ਮੈਂ ਸਮਝਦਾ ਨੁਕਸਾਨ ਵੀ ਹੋਏਗਾ। ਸੋ ਜਿੰਨੇ ਵੀ ਕੈਬਨਿਟ ਬਰਥ ਹੈ ਉਹ ਜਿਹੜੇ ਵੰਡੇ ਗਏ ਹੈ ਉਹ ਬਿਲਕੁਲ ਹੀ ਗ੍ਰੋਸ ਰੀਜਨਲ ਇੰਬੈਲੈਂਸ ਹੈ ਮੇਰੇ ਮੁਤਾਬਕ। ਜੇ ਤੁਸੀਂ ਇੰਬੈਲੈਂਸ ਦੀ ਗੱਲ ਕਰਦੇ ਹੋ, ਕੀ ਕਹਿ ਰਹੇ ਹੋ ਵੀ ਮਾਲਵੇ ਨੂੰ ਪੂਰੀ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ ਹੈਗੀ? ਤੁਸੀਂ ਦੇਖੋ ਜਿਹੜਾ ਵੈਸਟਰਨ ਮਾਲਵਾ ਹੈ ਉਹਦੇ 'ਚ 7 ਜ਼ਿਲ੍ਹੇ ਹੈ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ। ਉਹਨਾਂ ਜ਼ਿਲ੍ਹਿਆਂ ਵਿੱਚ ਕਰੀਬਨ 28-29 ਸੀਟਾਂ ਨੇ ਤੇ ਬਾਦਲਾਂ ਦਾ ਉਹ ਗੜ੍ਹ ਹੈ, ਬਾਦਲਾਂ ਦਾ ਗੜ੍ਹ ਵੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਉਹਨਾਂ ਜ਼ਿਲ੍ਹਿਆਂ 'ਚੋਂ ਹੈ। ਆਪ ਦੇ ਜਿਹੜੇ ਮੈਕਸੀਮਮ MLA ਹੈ ਪਿਛਲੀ ਅਸੈਂਬਲੀ ਵਿੱਚ ਉਹ ਵੀ ਉਹਨਾਂ ਜ਼ਿਲ੍ਹਿਆਂ 'ਚੋਂ ਆ। ਸੋ ਮੈਂ ਸਮਝਦਾ ਹਾਂ ਕਿ ਉਹਨਾਂ 28-29 ਸੀਟਾਂ ਵਿੱਚ ਸਿਰਫ 2 ਮੰਤਰੀ ਦਿੱਤੇ ਗਏ ਹੈ ਤੇ ਬਾਕੀ ਜੇ ਆਪਾਂ ਮਾਝੇ ਦੀ ਗੱਲ ਲੈ ਲਈਏ ਤਾਂ ਉੱਥੇ ਸਿਰਫ 22 ਸੀਟਾਂ ਤੇ 22 ਸੀਟਾਂ 'ਚ 6 ਮੰਤਰੀ ਦਿੱਤੇ ਗਏ। ਸੋ ਮੈਂ ਸਮਝਦਾ ਜਿੱਥੇ ਡਿਪਟੀ ਸੀਐਮ ਦੀ ਵੀ ਗੱਲ ਹੈ, ਕੋਈ ਪਰਸਨਲ ਨਹੀਂ ਹੈ ਕਿਉਂਕਿ ਮੇਰਾ ਸਾਰਿਆਂ ਨਾਲ ਪਿਆਰ ਹੈ, ਦੋਸਤੀ ਹੈ, ਇਹੋ ਜਿਹੀ ਕੋਈ ਗੱਲ ਨਹੀਂ, ਪਰ ਕੀ ਲੌਜਿਕ ਬਣਦਾ ਕਿ 2 ਡਿਪਟੀ ਸੀਐਮ ਮਾਝੇ 'ਚ ਦਿੱਤੇ ਗਏ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿੰਨੇ ਵੀ ਇਹ ਸੋਚ ਕੇ ਸਾਰਾ ਐਕਸਰਸਾਈਜ਼ ਕੀਤੀ ਹੈ ਮੈਂ ਸਮਝਦਾ ਟੋਟਲੀ ਇੰਬੈਲੈਂਸ ਹੈ, ਕਿਉਂਕਿ ਜੇ ਤੁਸੀਂ ਵੈਸਟਰਨ ਮਾਲਵੇ ਨੂੰ ਇਗਨੋਰ ਕਰ ਦਿਓਗੇ ਤੇ ਫਿਰ ਤੁਸੀਂ ਸਰਕਾਰ ਬਣਾਉਣ ਦੀ ਕਿੱਥੋਂ ਸੋਚਦੇ ਹੋ। ਮੇਨ ਲੜਾਈ ਤਾਂ ਉੱਥੇ ਹੈ ਅਕਾਲੀ ਦਲ ਨਾਲ ਜਾਂ ਬਾਦਲਾਂ ਨਾਲ, ਆਪ ਦਾ ਵੀ ਗੜ ਉੱਧਰ ਹੈ ਤੇ ਫਿਰ ਆਪਾਂ ਸਰਕਾਰ ਬਣਾਉਣ ਦੀ ਕਿੱਥੋਂ ਸੋਚਦੇ ਹਾਂ। ਤੁਹਾਨੂੰ ਕੀ ਲੱਗਦਾ ਕਿਉਂ ਮਾਝੇ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ? ਕਿਉਂਕਿ ਮਾਝਾ ਬ੍ਰਿਗੇਡ ਨੇ ਬਗਾਵਤ ਕੀਤੀ ਸੀ, ਉਹਨਾਂ ਦਾ ਪਲੜਾ ਭਾਰੀ ਸੀ, ਤਾਂ ਕਰਕੇ ਮਾਲਵੇ ਨੂੰ ਇਗਨੋਰ ਕਿਉਂ ਕੀਤਾ ਗਿਆ? ਨਹੀਂ ਇਹ ਤਾਂ ਦੇਖੋ ਇਸ ਜਿਹੜਾ ਸਵਾਲ ਦਾ ਜਵਾਬ ਹੈ ਇਹ ਤਾਂ ਜਿਨ੍ਹਾਂ ਨੇ ਇਹ ਫਾਰਮੂਲਾ ਬਣਾਇਆ ਜਾਂ ਜਿਨ੍ਹਾਂ ਨੇ ਸਭ ਕੁਝ ਕੀਤਾ ਇਹਦਾ ਤਾਂ ਉਹ ਜਵਾਬ ਦੇ ਸਕਦੇ ਕਿ ਉਹਨਾਂ ਨੇ ਕਿਉਂ ਇਹ ਕੀਤਾ। ਮੈਂ ਤਾਂ ਇਹਦੇ ਬਾਰੇ ਕੀ ਕਹਿ ਸਕਦਾ। ਜੋ ਮੇਰੇ ਮੁਤਾਬਕ
ਮੈਂ ਸਮਝਦਾ ਹਾਂ ਕਿ ਇਹ ਗਲਤ ਹੋਇਆ ਹੈ। ਉਹ ਇਹ ਹੈ ਕਿ ਬਿਲਕੁਲ ਇੰਬੈਲੈਂਸ ਹੋਇਆ, ਰੀਜਨਲ ਇੰਬੈਲੈਂਸ ਹੈ। ਮੈਂ ਸਮਝਦਾ ਤੁਸੀਂ ਜੇ ਜਿੱਥੇ ਬੇਸਿਕਲੀ ਦੂਜੀਆਂ ਪਾਰਟੀਆਂ ਦਾ ਜ਼ੋਰ ਹੈ, ਜਿੱਥੇ ਘਮਾਸਾਨ ਯੁੱਧ ਹੋਣਾ ਹੈ, ਜਿੱਥੇ ਸੈਕੂਲਰਿਜ਼ਮ ਦਾ ਮੇਨ ਪ੍ਰੋਬਲਮ ਹੈ, ਕਿਸਾਨ ਮੂਵਮੈਂਟ ਵੀ ਜ਼ਿਆਦਾ ਜਿਹੜੀ ਉਹ ਮਾਲਵੇ 'ਚ ਹੈ। ਸੋ ਮੈਂ ਸਮਝਦਾ ਉੱਥੇ ਤੁਸੀਂ ਇੰਨਾ ਮਤਲਬ ਉਹਨੂੰ ਇਗਨੋਰ ਕਰੋਗੇ ਉਹਨਾਂ ਜ਼ਿਲ੍ਹਿਆਂ ਨੂੰ, ਤੇ ਮੈਂ ਸਮਝਦਾ ਹੋ ਸਕਦਾ ਇਸ ਗੱਲ ਦਾ ਨੁਕਸਾਨ ਹੋਵੇ। ਤੁਸੀਂ ਕਿਉਂਕਿ ਸਹੁੰ ਚੁੱਕ ਸਮਾਗਮ ਹੁਣ ਥੋੜੀ ਦੇਰ ਚ ਹੋਣ ਜਾ ਰਿਹਾ ਹੈ, ਤੁਹਾਡੇ ਵੱਲੋਂ ਹਾਈ ਕਮਾਂਡ ਨੂੰ ਕੀ ਕਹਿਣਾ ਚਾਹੋਗੇ ਤੁਸੀਂ, ਜਾਂ ਕੀ ਚਾਹੁੰਦੇ ਹੋ ਪਾਰਟੀ ਕੀ? ਕਿਉਂਕਿ ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਨੇ ਵੀ ਕਿਹਾ, ਹੁਣ ਕਿਹਾ ਜਾ ਰਿਹਾ, ਜੋ ਪਤਾ ਲੱਗ ਰਿਹਾ ਵੀ ਕਾਕਾ ਰਣਦੀਪ ਨੂੰ ਲੈ ਲਿਆ ਗਿਆ ਤੇ ਕੁਲਜੀਤ ਨਾਗਰੇ ਨੂੰ ਕੱਢ ਦਿੱਤਾ ਗਿਆ। ਜਦੋਂ ਇਹੋ ਜਿਹੀਆਂ ਗੱਲਾਂ ਹੋਣਗੀਆਂ ਫਿਰ ਟੀਮ ਵਰਕ ਤਾਂ ਹੋਣ ਨਹੀਂ ਲੱਗਿਆਗਾ। ਦੇਖੋ, ਜਿੱਥੋਂ ਤਾਈਂ ਮੇਰੀ ਗੱਲ ਹੈ, ਪਹਿਲੀ ਗੱਲ ਤਾਂ ਜਿੰਨੇ ਵੀ ਮੇਰੇ ਕੁਲੀਗ ਮੰਤਰੀ ਬਣ ਰਹੇ ਆ, ਮੇਰੀ ਉਹਨਾਂ ਸਾਰਿਆਂ ਨੂੰ ਵਧਾਈ ਹੈ। ਮੈਂ ਕੋਈ ਕਿਸੇ ਦੀ ਪਰਸਨਲ ਗੱਲ ਨਹੀਂ ਕਰ ਰਿਹਾ, ਮਤਲਬ ਮੇਰਾ ਕਿਸੇ ਨਾਲ ਪਰਸਨਲ ਕੋਈ ਰੰਜਿਸ਼ ਨਹੀਂ ਹੈ, ਮੇਰੀ ਕਿਸੇ ਨਾਲ ਪਰਸਨਲ ਕੋਈ ਪ੍ਰੋਬਲਮ ਨਹੀਂ ਹੈ, ਨਾ ਹੀ ਮੈਂ ਕਿਸੇ ਤੇ ਨੁਕਤਾਚੀਨੀ ਕਰ ਰਿਹਾ। ਦੇਖੋ, ਮੈਂ ਸਾਰੇ ਮਤਲਬ ਆਪਦੀ ਥਾਂ ਹਰੇਕ ਇਨਸਾਨ ਡਿਜ਼ਰਵ। ਦੇਖੋ, ਮੈਂ ਗੱਲ ਕਰ ਰਿਹਾ ਐਜ਼ ਅ ਪਾਰਟੀ ਜੇ ਆਪਾਂ ਸਾਰੇ ਖੁੰਝੇ ਸਮਝ ਕੇ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਫਿਰ ਸਰਕਾਰ ਬਣੇਗੀ ਨਾ। ਜੇ ਆਪਾਂ ਐਡੇ ਵੱਡੇ ਇੱਕ ਚੰਕ ਨੂੰ ਇਗਨੋਰ ਕਰਦੇ ਜਾਵਾਂਗੇ ਤੇ ਫਿਰ ਸਰਕਾਰ ਕਿਵੇਂ ਬਣੇਗੀ? ਸੋ ਮੈਂ ਤਾਂ ਸਿਰਫ ਇਸ ਗੱਲ ਤੇ ਚਿੰਤਤ ਹਾਂ ਕਿ ਜਿਹੜੀ ਇਹ ਐਕਸਰਸਾਈਜ਼ ਹੋਈ ਹੈ ਇਹਦੇ ਵਿੱਚ ਬਹੁਤ ਵੱਡਾ ਇੰਬੈਲੈਂਸ ਹੋਇਆ। ਮੈਂ ਇਹ ਹੁਣ ਜਿੱਥੋਂ ਹੋਈ ਹੈ, ਜਿਨ੍ਹਾਂ ਨੇ ਕੀਤਾ ਇਹ ਉਹ ਸਮਝਣ ਕਿਵੇਂ ਹੋਈ ਹੈ। ਸੋ ਮੈਂ ਸਮਝਦਾ ਇਹ 'ਚ ਇੰਬੈਲੈਂਸ ਹੋਇਆ। ਚਾਹੇ ਕਿ ਮੈਂ ਇਸ ਗੱਲ ਤੇ ਟੇਬਲ ਤੇ ਵੀ ਬੈਠ ਕੇ ਡਿਸਕਸ਼ਨ ਕਰਨ ਨੂੰ ਤਿਆਰ ਹਾਂ। ਸੋ ਮੇਰਾ ਪਰਸਨਲ ਇਹਦੇ ਵਿੱਚ ਕੋਈ ਨਹੀਂ ਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ। ਮੈਂ ਤਾਂ ਸਾਰਿਆਂ ਨੂੰ ਜਿੰਨੇ ਬਣ ਰਹੇ ਆ ਮੇਰੇ ਭਰਾ, ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ। ਪਰ ਮੇਰਾ ਕਹਿਣ ਤੋਂ ਭਾਵ ਇਹ ਹੈ, ਦੇਖੋ ਜਿੱਥੇ ਲੜਾਈ ਹੈ, ਜਿੱਥੇ ਗੜ੍ਹ ਹੈ ਦੂਜੀਆਂ ਪਾਰਟੀਆਂ ਦਾ, ਮੈਕਸਿਮਮ ਪਿਛਲੀ ਵਾਰੀ ਵੀ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸੀਟਾਂ ਮਾਲਵੇ 'ਚ ਆਈਆਂ, ਠੀਕ ਹੈ, ਮੇਨ ਪਾਰਟੀਆਂ ਜਿਨ੍ਹਾਂ ਨਾਲ ਲੜਾਈ ਹੈ। ਅਕਾਲੀ ਦਲ ਦਾ ਗੜ੍ਹ ਉਹ ਜ਼ਿਲ੍ਹੇ ਹੈ, ਜਿਹੜੇ ਜ਼ਿਲ੍ਹਿਆਂ ਦੀ ਮੈਂ ਗੱਲ ਕਰ ਰਿਹਾ। ਤੇ ਜੇ ਤੁਸੀਂ ਉੱਥੇ ਜਿਹੜੇ ਬੰਦਿਆਂ ਨੇ ਲੜਾਈ ਲੜਨੀ ਹੈ ਤੁਸੀਂ ਉਹਨਾਂ ਨੂੰ ਸ਼ਕਤੀ ਨਹੀਂ ਦਿਓਗੇ ਤੇ ਲੜਾਈ ਕਿੱਥੋਂ ਹੋਣੀ? ਮੇਰਾ ਕਹਿਣ ਤੋਂ ਭਾਵ ਇਹ ਤਾਂ ਮੈਂ ਸਮਝਦਾ ਕਿ 100% ਨਾ ਤਾਂ ਉੱਥੋਂ ਸੀਟਾਂ ਕਿਸੇ ਪਾਰਟੀ ਨੂੰ ਆ ਸਕਦੀਆਂ ਤੇ 100% ਨਾ ਹੀ ਮਾਝੇ 'ਚੋਂ ਆ ਸਕਦੀਆਂ, ਨਾ ਹੀ ਦੁਆਬੇ 'ਚੋਂ ਆ ਸਕਦੀਆਂ। ਜੇ ਸਾਰੇ ਪਾਸਿਓਂ ਵੰਡਵੀਆਂ ਸੀਟਾਂ ਜਿੱਤੀਆਂ ਜਾਣਗੀਆਂ ਤਾਂ ਹੀ ਸਰਕਾਰ ਬਣੇਗੀ ਨਾ। ਕਿਸੇ ਪਾਸੇ ਸਵੀਪ ਤਾਂ ਹੋਣੀ ਨਹੀਂ ਜੇ ਆਪਾਂ ਕਹੀਏ ਕਿ ਇੱਕ ਏਰੀਆ ਸਵੀਪ ਕਰ ਜੂਗਾ। ਸੋ ਇਸ ਕਰਕੇ ਚਾਹੇ ਜਿੰਨੀਆਂ ਮਰਜ਼ੀ ਮਿਨਿਸਟਰੀਆਂ ਦੇ ਦਿਓ, ਸਵੀਪ ਤਾਂ ਫਿਰ ਵੀ ਨਹੀਂ ਹੋਣੀਗੀ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਇੱਕ ਹੈ ਤੇ ਜ਼ਰੂਰ ਇਸ ਗੱਲ ਦਾ ਸੋਚਿਆ ਜਾਣਾ ਚਾਹੀਦਾ ਸੀ ਕਿ ਰੀਜਨਲ ਬੈਲੈਂਸ ਜ਼ਰੂਰ ਕਰਨਾ ਚਾਹੀਦਾ ਸੀ। ਇਹ ਮੇਰੀ ਇਸ ਗੱਲ ਦਾ ਮੈਂ ਸਮਝਦਾ, ਇਹ ਚਾਹੇ ਮੈਂ ਸਮਝਦਾ ਕਿ ਐਕਸਰਸਾਈਜ਼ 'ਚ ਗਲਤੀ ਹੋਈ ਹੈ, ਚਾਹੇ ਇਸ ਕਿਵੇਂ ਨੂੰ ਇਸ ਗੱਲ ਦਾ ਪਾਰਟੀ ਨੂੰ ਧਿਆਨ ਦੇਣਾ ਚਾਹੀਦਾ ਇਹਦਾ, ਕਿਉਂਕਿ ਜਿੱਥੇ ਲੜਾਈ ਹੈ, ਜਿੱਥੇ ਅਸੀਂ ਰੋਕਣਾ ਦੁਸ਼ਮਣ ਨੂੰ, ਉੱਥੇ ਤੁਸੀਂ ਉਹਨੂੰ ਵਾਕਓਵਰ ਦੇ ਰਹੇ ਹੋ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਗਲਤੀ ਹੋਈ ਹੈ। ਤੁਹਾਡੇ ਤੋਂ ਸੁਝਾਅ ਨਹੀਂ ਲਏ ਗਏ? ਕਿਹਾ ਜਾ ਰਿਹਾ ਵਿਧਾਇਕਾਂ ਤੋਂ ਸੁਝਾਅ ਲਏ ਗਏ, ਹਰ ਬੰਦੇ ਨੂੰ ਪੁੱਛਿਆ ਗਿਆ ਵੀ ਇੱਕ ਬੜਾ ਡੈਮੋਕ੍ਰੈਟਿਕ ਸੈਟਅਪ ਨਾਲ ਇਹ ਸਭ ਕੁਝ ਚੱਲਿਆ। ਤੁਹਾਡੇ ਤੋਂ ਸੁਝਾਅ ਲਏ ਗਏ, ਤੁਹਾਡੇ ਤੋਂ ਪੁੱਛਿਆ ਗਿਆ ਸੀਗਾ? ਦੇਖੋ, ਜਿੱਥੋਂ ਤਾਈਂ ਮਿਨਿਸਟਰ ਬਣਾਉਣ ਦੀ ਗੱਲ ਹੁੰਦੀ ਹੈ ਉੱਥੋਂ ਤਾਈਂ ਸਾਡੇ ਤੋਂ ਵਿਧਾਇਕਾਂ ਤੋਂ ਸੁਝਾਅ ਨਹੀਂ ਲਏ ਜਾਂਦੇ। ਕੋਈ ਪਾਲਿਸੀ ਦੀ ਗੱਲ ਹੋਵੇ ਉਹਦੇ ਵਿੱਚ ਤਾਂ ਲਏ ਜਾਂਦੇ ਆ, ਮਿਨਿਸਟਰ ਬਣਾਉਣ ਵਿੱਚ ਵਿਧਾਇਕਾਂ ਤੋਂ ਸਲਾਹ ਨਹੀਂ ਲਈ ਜਾਂਦੀ। ਕਿਉਂਕਿ ਦੇਖੋ ਇਹਦੇ ਵਿੱਚ ਕਈ ਵਾਰੀ ਪਰਸਨਲ ਗੱਲ ਵੀ ਆ ਜਾਂਦੀ ਹੈ ਕਿਉਂਕਿ ਹਰੇਕ ਬੰਦਾ ਚਾਹੁੰਦਾ ਹੁੰਦਾ ਕਿ ਮੈਂ ਮਿਨਿਸਟਰ ਬਣ ਜਾ। ਸੋ ਗੱਲ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜ਼ਰੂਰ ਬਣਨਾ ਚਾਹੀਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਜ਼ਰੂਰ ਬਣਨਾ ਚਾਹੀਦਾ। ਮੈਂ ਤਾਂ ਇੱਕ ਰੀਜਨਲ ਇੰਬੈਲੈਂਸ ਦੀ ਗੱਲ ਕਰ ਰਿਹਾ ਤੇ ਉਹਦੇ ਤੋਂ ਮੈਂ ਸਮਝਦਾ ਚਾਹੇ ਕੋਈ ਇਨਸਾਨ ਬਹਿ ਕੇ ਡਿਸਕਸ ਕਰ ਲੇ, ਉਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਗਲਤੀ ਹੋਈ। ਕੀ ਇਹਦਾ ਕਾਰਨ ਕੀ ਉਹ ਜਾਣਬੁੱਝ ਕੇ ਮਾਝੇ ਨੂੰ ਮਾਲਵੇ ਨੂੰ ਇਗਨੋਰ ਕਰ ਰਹੇ ਹੈ? ਕੀ ਇਸ ਦਾ ਗੱਲ? ਕਿਉਂਕਿ ਪ੍ਰਧਾਨ ਵੀ ਮਾਝੇ ਚੋਂ ਹੈ, ਡਿਪਟੀ ਸੀਐਮ ਜਿਹੜਾ ਗਰੁੱਪ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖ ਸਰਕਾਰੀ ਹੈ, ਇਹ ਸਾਰੇ ਵੀ ਮਾਝੇ ਨੂੰ ਬਿਲੋਂਗ ਕਰਦੇ ਆ। ਇਹ ਜਦੋਂ ਕਹਿ ਲਓ ਵੀ ਜੋ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਗਾਵਤ ਹੋਈ ਇਹਨਾਂ ਨੇ ਕੀਤੀ ਤਾਂ ਇਹ ਹਾਵੀ ਹੋ ਕੇ ਜ਼ਿਆਦਾ ਪਾਰਟੀ ਤੇ, ਇਸ ਕਰਕੇ ਮਾਝੇ ਨੂੰ ਵੱਧ ਸੀਟਾਂ ਦੇ ਦਿੱਤੀਆਂ। ਦੇਖੋ, ਮੇਰੀ ਇੱਕ ਰਿਕੁਐਸਟ ਹੈ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਅੱਜ ਕਹਿਣਾ ਚਾਹੁੰਦਾ। ਮੈਂ ਦੇਖੋ ਜਾਤੀ ਤੌਰ ਤੇ ਮੇਰਾ ਕੈਪਟਨ ਸਾਹਿਬ ਨਾਲ ਪਿਆਰ ਰਿਹਾ ਤੇ ਉਹਨਾਂ ਨਾਲ ਬਹੁਤ ਨੇੜਤਾ ਰਹੀ ਹੈ, ਪਰ ਕੁਝ ਗੱਲਾਂ ਤੇ ਜਿਹੜੀਆਂ ਅਸੂਲੀ ਗੱਲਾਂ ਸੀ, ਜਿਹੜੀਆਂ ਪਾਰਟੀ ਦੇ ਫਾਇਦੇ ਦੀਆਂ ਗੱਲਾਂ ਸੀ, ਪੰਜਾਬ ਦੇ ਫਾਇਦੇ ਦੀਆਂ ਗੱਲਾਂ ਸੀ, ਉਹਨਾਂ ਤੇ ਮੇਰਾ ਕੈਪਟਨ ਸਾਹਿਬ ਨਾਲ ਮਤਭੇਦ ਸੀਗਾ। ਕਿਉਂਕਿ ਜਿਹੜੇ 5-6 ਗੱਲਾਂ ਸੀ ਜਿਨ੍ਹਾਂ ਕਰਕੇ ਮੈਂ ਵੀ ਹਮੇਸ਼ਾ ਇਹ ਕਹਿੰਦਾ ਸੀ, ਪਹਿਲੀ ਗੱਲ ਤਾਂ ਮੈਂ ਇਸ ਗੱਲ ਦੇ 100% ਕਲੀਅਰ ਹੈ ਤੇ ਮੈਂ ਸਮਝਦਾ ਹਾਂ ਕਿ ਮੇਰੇ ਵਾਸਤੇ ਸਿਆਸਤ ਨਾਲੋਂ ਉੱਤੇ, MLAਸ਼ਿਪ
ਨਾਲੋਂ ਉੱਤੇ ਮੇਰੇ ਵਾਸਤੇ ਗੁਰੂ ਸਾਹਿਬ ਦਾ ਇਨਸਾਫ ਬਹੁਤ ਜ਼ਰੂਰੀ। ਠੀਕ ਹੈ। ਦੂਜੀ ਗੱਲ ਇਹ ਹੈ, ਮੈਂ ਸਮਝਦਾ ਕਿ ਜਿਹੜਾ ਡਰੱਗਸ ਹੈ ਇਹਨਾਂ ਵਿੱਚ ਸਖਤੀ ਬਹੁਤ ਜ਼ਰੂਰੀ ਹੈ। ਸੋ ਕਈ ਗੱਲਾਂ ਤੇ ਜਿਹੜੇ ਕਈ ਮੁੱਦੇ ਸੀਗੇ ਪੰਜਾਬ ਦੇ, ਜਿਨ੍ਹਾਂ ਮੁੱਦਿਆਂ ਕਰਕੇ ਅਸੀਂ ਆਏ ਸੀ, ਉਹਨਾਂ ਮੁੱਦਿਆਂ ਤੇ ਮੇਰਾ ਕੈਪਟਨ ਸਾਹਿਬ ਨਾਲ ਮਤਭੇਦ ਸੀਗਾ। ਮੈਂ ਇਸ ਗੱਲ ਨੂੰ ਕਲੀਅਰਲੀ ਕਹਿਣਾ। ਸੋ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਲੜਾਈ ਆਪਾਂ ਕਹਿੰਦੇ ਆ ਕਿ ਬਗਾਵਤ ਕੀਤੀ, ਦੇਖੋ ਗੱਲ ਇਹ ਹੈ ਕਿ ਇਕੱਲੇ ਇੱਕ ਬੰਦੇ ਦੇ ਕਹਿਣ ਨਾਲ ਤਾਂ ਕੈਪਟਨ ਸਾਹਿਬ ਨੇ ਬਦਲਿਆ ਨਹੀਂ ਜਾਣਾ ਸੀ। ਜੇ ਸਾਰੇ ਸਮੁੱਚੇ ਤੌਰ ਤੇ ਮਹਿਸੂਸ ਕਰਦੇ ਸੀ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ, ਤੇ ਜਾਂ ਜਿਹੜੇ ਮੁੱਦੇ ਹੈ ਜਿਹੜੇ ਲੋਕ ਚਾਹੁੰਦੇ ਨੇ ਇਗਨੋਰ ਕੀਤੇ ਜਾ ਰਹੇ ਆ, ਤੇ ਤਾਂ ਹੀ ਇਹ ਬਦਲਾਵ ਆਇਆ। ਸੋ ਜੇ ਕੋਈ ਇੱਕ ਬੰਦਾ ਕਵੇ ਕਿ ਉਹਨੇ ਬਦਲਾਅ ਲਿਆਂਦਾ, ਇੱਕ ਬੰਦੇ ਦੇ ਲਿਆਂਦਾ ਕਹਿਣ ਦੇ ਬਦਲਾਵ ਤਾਂ ਆਇਆ ਨਹੀਂ, ਜਾਂ ਚੰਦ ਬੰਦਿਆਂ ਦੇ ਕਹਿਣ ਦੇ ਬਦਲਾਵ ਤਾਂ ਨਹੀਂ ਹੈ। ਇੱਕ ਜਨਰਲ ਫੀਲਿੰਗ ਬਣ ਗਈ ਸੀ ਕਿ ਜਿਹੜੇ ਪੰਜਾਬ ਦੇ ਮੁੱਦੇ ਆ, ਜਿਹੜੇ ਮੁੱਦੇ ਲੋਕਾਂ ਨੂੰ ਪਿਆਰੇ ਆ, ਵਜ਼ੀਰੀਆਂ ਐਮਐਲਏਸ਼ਿਪ ਚੰਦ ਬੰਦਿਆਂ ਨੂੰ ਪਿਆਰੀਆਂ ਹੋਣਗੀਆਂ, ਜਿਹੜੇ ਮੁੱਦੇ ਨੇ, ਜਿਹੜੇ ਪੰਜਾਬ ਦੇ ਮੇਨ ਮਸਲੇ ਨੇ, ਉਹ ਲੋਕਾਂ ਨੂੰ ਪਿਆਰੇ ਨੇ। ਤੇ ਮੈਂ ਸਮਝਦਾ ਸਾਨੂੰ ਮੁੱਦੇ ਨਹੀਂ ਭੁੱਲਣੇ ਚਾਹੀਦੇ। ਸੋ ਮੈਂ ਸਮਝਦਾ ਅਸੀਂ ਬਹੁਤ ਕੋਸ਼ਿਸ਼ ਕੀਤੀ, ਮੈਂ ਬਹੁਤ ਕੋਸ਼ਿਸ਼ ਕੀਤੀ। ਮੈਂ ਕੈਪਟਨ ਸਾਹਿਬ ਨੂੰ ਇਹਨਾਂ ਮੁੱਦਿਆਂ ਬਾਰੇ ਬਹੁਤ ਵਾਰੀ ਬੇਨਤੀਆਂ ਕੀਤੀਆਂ ਕਿ ਆਪਾਂ ਨੂੰ ਇਹ ਜ਼ਰੂਰੀ ਮਸਲੇ ਹੱਲ ਕਰਨੇ ਚਾਹੀਦੇ ਹੈ। ਸੋ ਮੈਂ ਸਮਝਦਾ ਕਿ ਠੀਕ ਹੈ, ਜਾਤੀ ਮੇਰਾ ਬਹੁਤ ਪਿਆਰ ਸੀ, ਪਰ ਇਹਨਾਂ ਮੁੱਦਿਆਂ ਕਰਕੇ ਮੈਂ ਵੀ ਇਸ ਗੱਲ ਕਰਕੇ ਪਿੱਛੇ ਹਟਿਆ ਸੀ। ਮੈਂ ਜਿਹੜੀ ਅਸਲੀਅਤ ਗੱਲ ਹੈ, ਸੋ ਇਸ ਕਰਕੇ ਉਹ ਗੱਲ ਅੱਡ ਹੈ। ਪਰ ਮੈਂ ਸਮਝਦਾ ਕਿ ਦੇਖੋ, ਗੱਲ ਜਦੋਂ ਪਾਰਟੀ ਨੂੰ ਆਪਾਂ ਤਾਕਤ 'ਚ ਲਿਆਉਣਾ ਹੋਵੇ, ਜਦੋਂ ਆਪਾਂ ਦੁਬਾਰਾ ਤੋਂ ਸਰਕਾਰ ਬਣਾਉਣੀ ਹੋਵੇ, ਤੇ ਮੈਂ ਸਮਝਦਾ ਕਿ ਜੇ ਚਾਰੋਂ ਪਾਸਿਓਂ ਹੀ ਬਰਾਬਰ ਦੀ ਲੜਾਈ ਛਿੜੇਗੀ ਤਾਂ ਹੀ ਰਿਜ਼ਲਟ ਆਉਣਗੇ। ਮੈਂ ਤਾਂ ਤੁਹਾਨੂੰ ਕਲੀਅਰਲੀ ਕਹਿ ਰਿਹਾ ਕਿ ਕੋਈ ਵੀ ਇੱਕ ਏਰੀਆ ਨਾ ਤਾਂ ਸਵੀਪ ਕਰਨਾ, ਕੁਝ ਪਾਰਟੀ ਨੂੰ ਚੰਗੀਆਂ ਸੀਟਾਂ ਉਧਰੋਂ ਦੁਆਬੇ 'ਚ ਆਉਣੀਆਂ, ਕੁਝ ਮਾਝੇ 'ਚ ਆਉਣੀਆਂ, ਕੁਝ ਮਾਲਵੇ 'ਚ ਆਉਣੀ, ਸਭ ਕੁਝ ਰਲ ਮਿਲ ਕੇ ਸਰਕਾਰ ਬਣੇਗੀ ਨਾ। ਸੋ ਜਿਹੜਾ ਮੇਨ ਮੈਂ ਸਮਝਦਾ ਮਸਲਾ ਇੱਥੇ ਅੱਜ ਹੈ ਉਹ ਇਹ ਹੈ ਕਿ ਇੰਬੈਲੈਂਸ ਹੋਇਆ। ਦੇਖੋ ਇੱਕ ਪਾਸੇ ਤੁਸੀਂ ਫਿਰ ਮੇਨ ਗੱਲ ਇਹ ਹੈ ਕਿ ਮੈਂ ਫਿਰ ਕਹਿ ਰਿਹਾ, ਰਿਪੀਟ ਕਰ ਰਿਹਾ ਕਿ ਮੇਨ ਲੜਾਈ ਉਹਨਾਂ ਜ਼ਿਲ੍ਹਿਆਂ 'ਚ ਜਿੱਥੇ ਉਹਨਾਂ ਦਾ ਦੂਜੀਆਂ ਪਾਰਟੀਆਂ ਦਾ ਗੜ੍ਹ ਹੈ। ਸੋ ਮੈਂ ਸਮਝਦਾ ਇੰਬੈਲੈਂਸ ਹੋਇਆ। ਇਹਨੂੰ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਸੀਗਾ। ਸੋ ਇਸ ਕਰਕੇ ਕੋਈ ਜਾਤੀ ਮੈਨੂੰ ਮਤਲਬ ਇਹ 'ਚ ਮਿਲਾ ਨਹੀਂ, ਪਰ ਜਿਹੜੀ ਗੱਲ ਅਸੂਲੀ ਹੈ ਤੇ ਸਹੀ ਹੈ ਉਹ ਕਹਿਣ ਤੋਂ ਬੰਦੇ ਨੂੰ ਸ਼ਰਮ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਪਾਰਟੀ ਦੇ ਸਿੰਸੀਅਰ ਹਾਂ ਤੇ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਨਹੀਂ ਸਹੀ ਗੱਲ ਕਵਾਂਗੇ ਤੇ ਫਿਰ ਕੌਣ ਕਹੇਗਾ। ਠੀਕ ਹੈ, ਅਸੀਂ ਚਾਹੁੰਦੇ ਹਾਂ ਦੁਬਾਰਾ ਤੋਂ ਸਾਡੀ ਪਾਰਟੀ ਸ਼ਕਤੀ 'ਚ ਆਵੇ। ਪਰ ਮੈਂ ਜ਼ਰੂਰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸੱਜਣ ਇਹ ਸਭ ਐਕਸਰਸਾਈਜ਼ਾਂ ਕਰਦੇ ਆ, ਉਹ ਫॉर ਗ੍ਰਾਂਟਡ ਨਾ ਹਰੇ ਗੱਲ ਲਿਆ ਕਰਨ, ਫॉर ਗ੍ਰਾਂਟਡ ਨਾ ਲਿਆ ਕਰਨ। ਸੋ ਜ਼ਰੂਰ ਜਿਹੜਾ ਫॉर ਗ੍ਰਾਂਟਡ ਤੁਹਾਡਾ ਕੀ ਮਤਲਬ ਹੈ? ਫॉर ਗ੍ਰਾਂਟਡ ਕੀ ਚੀਜ਼, ਜਿਹੜੇ ਪਿੱਛੇ ਪੜਦੇ ਕੰਮ ਕਰ ਰਹੇ ਆ ਜਾਂ ਸਟ੍ਰੈਟਜੀ ਬਣਾ ਰਹੇ ਆ, ਕੀ ਚੀਜ਼ ਗ੍ਰਾਂਟਡ ਲਈ ਜਾ ਰਹੀ? ਮੈਂ ਨਹੀਂ, ਗ੍ਰਾਂਟਡ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਜੇ ਸਭ ਪਾਸੇ ਬਰਾਬਰ ਲੈ ਕੇ ਚੱਲੋਗੇ ਤਾਂ ਹੀ ਦੁਬਾਰਾ ਜਿੱਤ ਹੋਣੀ। ਸੋ ਇਸ ਕਰਕੇ ਮੇਰੀ ਇੱਕ ਬੇਨਤੀ ਹੈ, ਹੋ ਸਕਦਾ ਹੈ ਮਤਲਬ ਕੋਈ ਸ਼ਕਲਾਂ ਚੰਗੀਆਂ ਹੋਣ, ਹੋ ਸਕਦਾ ਮਤਲਬ ਕੋਈ ਬੰਦੇ ਜ਼ਿਆਦਾ ਲਾਇਕ ਹੋਣ, ਪਰ ਕੁਛ ਨਾ ਕੁਛ ਤਾਂ ਜਿਹੜਾ ਰੀਜਨਲ ਬੈਲੈਂਸ ਹੈ ਉਹਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਹੁਣ ਮਸਲਨ ਹੈ, ਦੇਖੋ ਮੈਂ ਮਸਲਨ ਗੱਲ ਕਰਨ, ਮਾਲਵੇ ਚੋਂ ਇਹਨਾਂ ਜ਼ਿਲ੍ਹਿਆਂ ਚੋਂ 2 ਵਜ਼ੀਰ ਹਟਾਏ ਗਏ, ਗੁਰਪ੍ਰੀਤ ਸਿੰਘ ਕਾਂਗੜ ਤੇ ਰਾਣਾ ਸੋਢੀ, ਤੇ ਸਿਰਫ ਇੱਕ ਮੋੜਿਆ ਗਿਆ, ਇੱਕ ਉੱਥੋਂ ਫਿਰ ਵੀ ਚੱਕ ਕੇ ਲੈ ਆਂਦਾ ਇੰਨੀਆਂ ਸੀਟਾਂ 'ਚ। ਸੋ ਇਹ ਮਤਲਬ ਚਲੋ ਜੇ ਨਵਾਂ ਨਹੀਂ ਦੇਣਾ ਸੀ ਤੇ ਉਹ 2 ਬਰਥ ਤਾਂ ਉੱਧਰ ਰਹਿਣ ਦੇਣੇ ਚਾਹੀਦੇ ਸੀ ਨਾ। ਸੋ ਇਸ ਕਰਕੇ ਇਹ ਇੰਬੈਲੈਂਸ ਹੋਇਆ। ਉਹਦਾ ਹਵਾਲਾ ਤੇ ਦਿੱਤਾ ਗਿਆ ਵੀ ਕੈਪਟਨ ਖੇਮੇ ਦੇ ਹੈ, ਪੁਰਾਣੇ ਨੇ, ਸਾਨੂੰ ਨੌਜਵਾਨ ਪੀੜ੍ਹੀ ਨੂੰ ਲੈ ਕੇ ਆਉਣਾ ਚਾਹੀਦਾ ਸੀਗਾ, ਤਾਂ ਇਸ ਕਰਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ। ਤੇ ਅੱਜ ਕਾਕਾ ਰਣਦੀਪ ਨੇ ਵੀ ਇਹੀ ਗੱਲ ਕਹੀ ਹੈ ਵੀ ਮੈਂ 3-4 ਵਾਰੀ ਬਣਿਆ, ਵੀ ਮੈਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ। ਉਹਨਾਂ ਨੇ ਵੀ ਇਹੀ ਰੌਲਾ ਪਾਇਆ। ਦੇਖੋ ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿ ਮਤਲਬ ਕਿ ਮੈਂ ਕੋਈ ਬਣਾਉਣ ਦੀ ਗੱਲ ਨਹੀਂ, ਮੈਂ ਤਾਂ ਬੜੀ ਕਲੀਅਰ ਗੱਲ ਕਹਿ ਰਿਹਾ। ਪਰ ਜੇ ਉਹ ਨੌਜਵਾਨਾਂ ਦਾ ਹਵਾਲਾ ਦੇ ਰਿਹਾ ਵੀ ਨੌਜਵਾਨਾਂ ਨੂੰ ਇੰਡਕਟ ਕਰਨਾ ਸੀ, ਵੀ ਇਹਦੇ ਤੇ ਸਟੈਂਪ ਲੱਗਣੀ ਚਾਹੀਦੀ, ਰਾਹੁਲ ਗਾਂਧੀ ਨਵੀਂ ਟੀਮ ਹੈ, ਤੁਸੀਂ ਕਿਵੇਂ ਦੇਖਦੇ? ਠੀਕ ਹੈ, ਨੌਜਵਾਨਾਂ ਨੂੰ ਇੰਡਕਟ ਕਰਨਾ ਚਾਹੀਦਾ। ਮੈਂ ਤਾਂ ਦੇਖੋ ਅਲਟੀਮੇਟਲੀ ਚੇਂਜ ਓਵਰ ਤਾਂ ਆਉਣੀ ਹੈ ਪੋਲਿਟਿਕਸ, ਤੇ ਨੌਜਵਾਨਾਂ ਨੂੰ ਮੂਹਰੇ ਲੈ ਕੇ ਆਉਣਾ ਚਾਹੀਦਾ। ਕਿਉਂ ਨਹੀਂ ਲੈ ਕੇ ਆਉਣਾ ਚਾਹੀਦਾ? ਠੀਕ ਹੈ, ਨੌਜਵਾਨਾਂ ਨੂੰ ਲੈ ਕੇ ਆਉਣਾ ਚਾਹੀਦਾ, ਮੈਂ ਇਸ ਗੱਲ ਦਾ ਹਾਮੀ ਹਾਂ। ਅੱਗੇ ਲੈ ਕੇ ਆਉਣਾ ਚਾਹੀਦਾ, ਇਹਦੇ 'ਚ ਵੀ ਬੈਲੈਂਸ ਕਰਨਾ ਚਾਹੀਦਾ, ਨੌਜਵਾਨਾਂ ਨੂੰ ਵੀ ਲੈ ਕੇ ਆਉਣਾ ਚਾਹੀਦਾ, ਸਿਆਣਿਆਂ ਨੂੰ ਵੀ ਨਾਲ ਰੱਖਣਾ ਚਾਹੀਦਾ,
ਠੀਕ ਹੈ। ਸੋ ਇਹ ਫਿਰ ਕਾਸਟ ਦਾ ਬੈਲੈਂਸ ਵੀ ਕਰਨਾ ਚਾਹੀਦਾ ਹੈ, ਫਿਰ ਇਕੁਏਸ਼ਨ ਦਾ ਬੈਲੈਂਸ ਵੀ ਕਰਨਾ ਚਾਹੀਦਾ, ਉਹਦੇ ਨਾਲ ਰੀਜਨਲ ਬੈਲੈਂਸ ਵੀ ਕਰਨਾ ਚਾਹੀਦਾ। ਮਤਲਬ ਇਹ ਇਸ ਹੁਣ ਦੀ ਕੈਬਨਿਟ ਹੈ, ਤੁਹਾਨੂੰ ਲੱਗਦਾ ਉਹਦੇ ਚ ਬਾਕੀ ਜਿਹੜੇ ਤੁਸੀਂ ਗੱਲਾਂ ਕੀਤੇ ਕਾਸਟ ਦਾ, ਏਜ ਦਾ, ਐਕਸਪੀਰੀਅੰਸ ਦਾ ਬੈਲੈਂਸ ਹੈਗਾ ਕਿ ਇਕੱਲਾ ਰੀਜਨਲ ਬੈਲੈਂਸ ਨਹੀਂ ਹੈਗਾ? ਦੇਖੋ ਮੈਂ ਉਹਦੇ ਵਿੱਚ ਕੁਝ ਮਤਲਬ ਗੱਲਾਂ ਜਿਨ੍ਹਾਂ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ। ਦੇਖੋ ਮੈਂ ਉਹਨਾਂ ਗੱਲਾਂ ਵਿੱਚ ਨਹੀਂ ਪੈਣਾ ਚਾਹੁੰਦਾ। ਕੀ ਰਾਏ ਹੁੰਦੀ ਹੈ? ਮੈਂ ਸਮਝਦਾ ਹਾਂ ਕਿ ਕੁਝ ਗੱਲਾਂ ਉਹਨਾਂ 'ਚ ਵੀ ਓਵਰਲੁੱਕ ਕੀਤਾ ਗਿਆ, ਪਰ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ। ਜੇ ਉਹਦੀ ਥਾਂ ਇਹ ਹੋਰ ਵੀ ਬਿਹਤਰ ਕਰ ਸਕਦੇ ਸੀ, ਜੇ ਚਾਹੁੰਦੇ ਉਹਦੀ ਥਾਂ ਹੋਰ ਵੀ ਬਿਹਤਰ ਕਰ ਸਕਦੇ ਸੀ, ਪਰ ਚਲੋ ਲੋਕਲ ਹੈ, ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਥੋੜਾ ਜੇ ਜਿੰਨਾ ਕਿ ਸ਼ੇਅਰ ਕਰ ਸਕਦੇ ਹੋ ਉਹਨਾਂ ਤੱਕ ਕਰੋ। ਮੈਂ ਸਮਝਦਾ ਹਾਂ, ਦੇਖੋ ਮੇਰੀ ਗੱਲ ਸੁਣੋ, ਮੈਂ ਸਮਝਦਾ ਹਾਂ ਕਿ ਜਿਹੜੀ ਐਸਸੀ ਬਰਾਦਰੀ ਹੈ, ਉਹਨਾਂ ਵਿੱਚ ਜਿਹੜੇ ਮਜ਼੍ਹਬੀ ਸਿੱਖ ਭਰਾ ਨੇ ਉਹਨਾਂ ਦੀ ਬਹੁਤ ਵੱਡੀ ਸੰਖਿਆ, ਉਹਨਾਂ ਦੀ ਕਾਫੀ ਵੱਡੀ ਸੰਖਿਆ। ਮੈਂ ਸਮਝਦਾ ਉਹਨਾਂ ਨੂੰ ਵੀ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਸੀ। ਦੇਖੋ ਗੱਲ ਇਹ ਹੈ, ਜੇ ਤੁਸੀਂ ਪੋਪੂਲੇਸ਼ਨ ਲਵਾਏ, ਜਿਵੇਂ ਹੁਣ ਮੈਂ ਰੀਜਨਲ ਇੰਬੈਲੈਂਸ ਦੀ ਕਰ ਰਿਹਾ, ਜੇ ਤੁਸੀਂ ਪੋਪੂਲੇਸ਼ਨ ਦੀ ਗੱਲ ਕਰ ਲਓ ਤੇ ਮੈਂ ਸਮਝਦਾ ਸਭ ਤੋਂ ਵੱਧ ਪੋਪੂਲੇਸ਼ਨ ਹੀ ਮਜ਼੍ਹਬੀ ਸਿੱਖ ਭਾਈਚਾਰੇ ਦੀ ਹੈ ਤੇ ਉਹਨਾਂ 'ਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ। ਸੋ ਮੇਰਾ ਕਹਿਣ ਤੋਂ ਬਾਅਦ ਉਹ ਵੀ ਇੰਬੈਲੈਂਸ ਹੋਇਆ। ਜੇ ਆਪਾਂ ਇਕੱਲੀ ਐਸੀ ਪੋਪੂਲੇਸ਼ਨ ਲੈ ਲਈਏ ਜਿਹਦੇ 'ਚ ਜਿਹੜੀ ਉਹ 'ਚ ਡੋਮੀਨੈਂਟ ਬਰਾਦਰੀ ਹੈ, ਜੇ ਤੁਸੀਂ ਉਹਨੂੰ ਨਹੀਂ ਰਿਪਰੈਜ਼ੈਂਟੇਸ਼ਨ ਦਿਓਗੇ ਉਹ ਵੀ ਨਹੀਂ ਗੱਲ ਚੰਗੀ। ਸੋ ਮੈਂ ਸਮਝਦਾ ਇਹਦੇ ਵਿੱਚ ਇਹ ਵੀ ਕਮੀ ਰਹੀ ਹੈ ਮੇਰੇ ਮੁਤਾਬਕ। ਜੇ ਮੈਂ ਇਸ ਗੱਲ ਤੇ ਪਾਰਟੀ ਦੇ ਹਿੱਤ ਦੀ ਗੱਲ ਕਰ ਰਿਹਾ, ਇਹ ਵੀ ਕਮੀ ਰਹੀ ਹੈ, ਰੀਜਨਲ ਇੰਬੈਲੈਂਸ ਵੀ ਰਿਹਾ। ਸੋ ਇਹ ਮੁਸ਼ਕਲਾਂ ਰਹੀਆਂ। ਢਿੱਲੋਂ ਸਾਹਿਬ, ਤੁਸੀਂ ਨਵੇਂ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਜਿਹੜੇ ਚਰਨਜੀਤ ਸਿੰਘ ਚੰਨੀ ਹੈ, ਉਹਨਾਂ ਡਿਸੀਜਨ ਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਕਿ ਚੰਨੀ ਸਾਹਿਬ ਵੈਲ ਮੀਨਿੰਗ, ਮਿਹਨਤੀ ਤੇ ਡਾਊਨ ਟੂ ਅਰਥ ਇਨਸਾਨ ਨੇ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਮਨ ਵਿੱਚ ਇੱਛਾ ਹੈ ਕਿ ਮੈਂ ਬਦਲਾਂ ਸਿਸਟਮ ਨੂੰ। ਉਹਨਾਂ ਦੇ ਮਨ ਵਿੱਚ ਇੱਛਾ ਇਹ ਹੈ ਕਿ ਜਿਹੜੇ ਪੰਜਾਬ ਦੇ ਮੁੱਦੇ ਹੈ ਮੈਂ ਉਹਨਾਂ ਦਾ ਹੱਲ ਲੈ ਕੇ ਆਵਾਂ। ਸੋ ਅੱਜ ਤਾਂ ਮੈਂ ਇਹ ਗੱਲ ਕਰਾਂਗਾ ਕਿਉਂਕਿ ਅਜੇ ਥੋੜੇ ਦਿਨ ਹੋਏ ਆ, ਜੋ ਮੈਂ ਅੱਜ ਕਹਿ ਸਕਦਾ ਕਿ ਨੀਅਤ ਵੀ ਚੰਗੀ ਹੈ ਤੇ ਮਿਹਨਤ ਵੀ ਬਹੁਤ ਕਰ ਰਹੇ ਆ, ਤੇ ਮੈਂ ਤਾਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਵਾਂਗਾ ਕਿ ਪ੍ਰਮਾਤਮਾ ਉਹਨਾਂ ਦੀ ਨੀਅਤ ਨੂੰ ਤੇ ਮਿਹਨਤ ਨੂੰ ਬੂਰ ਲਾਵੇ। ਇੱਕ ਜਿਹੜੀ ਇੰਨੇ ਗੱਲਾਂ ਬਾਤਾਂ ਹੋ ਰਹੀਆਂ ਨੇ, ਰੁੱਸੇ ਹੋਏ ਲੋਕ ਬਹੁਤ ਨੇ ਕਾਂਗਰਸ, ਜਿਵੇਂ ਨਵੀਂ ਨੁਮਾਇੰਦਗੀਆਂ ਵੀ ਹੋ ਰਹੀਆਂ ਨੇ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈਗਾ, ਕੋਈ ਕਲੀਅਰ ਕੱਟ ਨਹੀਂ ਹੋ ਰਿਹਾ। ਸਮੂਥਲੀ ਕਹਿ ਲਈਏ ਵੀ ਇੱਕੋਦਮ ਆਹ ਚੀਜ਼ਾਂ ਹੈਗੀਆਂ ਜਾਂ ਆਈ ਹੋਣੀਆਂ ਨੇ, ਹਰ ਪਾਸੇ ਖਲਾਰਾ ਪਿਆ ਹੋਇਆ। ਇਹਨੂੰ ਸਮੇਟ ਪਾਊਗੀ ਕਾਂਗਰਸ? ਜੇ ਤੁਸੀਂ ਕਹਿ ਰਹੇ ਹੋ ਬੈਲੈਂਸਿਸ ਨਹੀਂ ਹੈਗੇ, ਨੁਮਾਇੰਦਗੀ ਉੱਤੇ ਰੌਲੇ ਪੈ ਰਿਹਾ, ਜਿਹਨਾਂ ਨੂੰ ਲਾਹਿਆ ਗਿਆ ਉਹ ਵੀ ਰੁੱਸੇ ਹੋਏ ਨੇ, ਉਹਨਾਂ ਨੇ ਵੀ ਇੱਕ ਤਰ੍ਹਾਂ ਤੋਂ ਬਾਗੀ ਸੁਰ ਦੱਸੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਸਮਝਦਾ ਕਿ ਮੈਂ ਆਪਦੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ, ਕਾਂਗਰਸ ਦੇ ਸਾਰੇ ਐਮਐਲਏਆਂ ਨੂੰ ਤੇ ਲੀਡਰ ਸਾਹਿਬਾਨਾਂ ਨੂੰ। ਦੇਖੋ ਭਰਾਵੋ, ਗੱਲ ਇਹ ਹੈ ਕਿ ਕੋਈ ਸਰਕਾਰ ਬਣ ਜੇ, ਕੋਈ ਚੀਫ ਮਿਨਿਸਟਰ ਬਣ ਜੇ, ਮੰਤਰੀ ਤਾਂ 18 ਹੀ ਬਣਨੇ, ਸਾਰੇ ਤਾਂ ਬਣ ਨਹੀਂ ਸਕਦੇ। ਸੋ ਇਹਦੇ ਪਿੱਛੇ ਰੁੱਸਣ ਦੀ ਲੋੜ ਨਹੀਂ ਹੈ। ਮੇਰੀ ਇੱਕ ਬੇਨਤੀ ਹੈ, ਇਹਦੇ ਪਿੱਛੇ ਰੁੱਸਣ ਦੀ ਲੋੜ ਨਹੀਂ ਹੈ। ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਸਮਾਂ ਨਹੀਂ ਆਪਾਂ ਇਹਨਾਂ ਗੱਲਾਂ ਆਪਾਂ ਰੁੱਸੀਏ। ਸੋ ਆਪਾਂ ਮਿਹਨਤ ਕਰੀਏ, ਰਲ ਮਿਲ ਕੇ ਇਕੱਠੇ ਹੋਈਏ ਤੇ ਆਪਾਂ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕਰੀਏ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਜ਼ਰੂਰ ਮੈਂ ਲੀਡਰਸ਼ਿਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ, ਜਿੱਥੇ ਰੋਸ ਰਸੀਵਾ ਹੈ, ਜ਼ਰੂਰ ਜੇ ਕਿਸੇ ਦਾ ਜੈਨੂਅਨ ਰੋਸ ਰਸੀਵਾ ਹੈ ਉਹਦਾ ਦੂਰ ਕਰਨਾ ਚਾਹੀਦਾ। ਜੇ ਕਿਤੇ ਵਾਕਈ, ਦੇਖੋ ਇੱਕ ਤਾਂ ਹੁੰਦਾ ਕਈ ਵਾਰੀ ਹਰੇਕ ਦਾ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਬਣ ਜਾ, ਇੱਕ ਹੁੰਦਾ ਕਿ ਕੋਈ ਵਾਕਈ ਜੈਨੂਅਨ ਰਹਿ ਜਾਂਦਾ, ਵੈਸੇ ਉਹਦੀ ਲੋੜ ਹੁੰਦੀ ਹੈ ਕਿ ਉਹ ਬਣੇ। ਸੋ ਮੈਂ ਸਮਝਦਾ ਜੀ ਇਹੋ ਜਿਹੀ ਕਿਤੇ ਇਹ ਹੋਈ ਹੈ, ਕਮੀ ਰਹੀ ਹੈ, ਤੇ ਲੀਡਰਸ਼ਿਪ ਨੂੰ ਇੰਟਰਵੇਨ ਕਰਕੇ ਜ਼ਰੂਰ ਉਹਨਾਂ ਦਾ ਗੁੱਸਾ ਗਿਲਾ ਦੂਰ ਕਰਨਾ ਚਾਹੀਦਾ। ਤੇ ਨਾਲੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹੁਣ ਸਮਾਂ ਨਹੀਂ, ਹੁਣ ਤਕੜੇ ਹੋ ਕੇ ਆਪਾਂ ਲੜਾਈ ਦੀ ਤਿਆਰੀ ਕਰੀਏ। ਪਰ ਮੈਂ ਇੱਕ ਲੀਡਰਸ਼ਿਪ ਨੂੰ ਵੀ ਬੇਨਤੀ ਕਰਨਾਗਾ ਕਿ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਇਹ ਸਮਝਣ ਦੀ, ਉੱਥੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਵੀ ਹੈ
ਕਿ ਇਹ ਗੱਲਾਂ ਦਿਮਾਗ 'ਚ ਰੱਖਣ ਜਦੋਂ ਫੈਸਲੇ ਕਰਦੇ ਆ, ਇਹੋ ਜਿਹੀਆਂ ਕਮੀਆਂ ਨਾ ਰਹਿਣ ਦੇਣ, ਸਾਰਿਆਂ ਨੂੰ ਬਰਾਬਰ ਦੀ ਰਿਪਰੈਜ਼ੈਂਟੇਸ਼ਨ ਦੇਣ, ਰੀਜਨਸ ਦੀ ਰਿਪਰੈਜ਼ੈਂਟੇਸ਼ਨ ਦੇਣ, ਇਹ ਕਮੀਆਂ ਨਾ ਰਹਿ ਜਾਣ। ਹੋ ਸਕਦਾ ਕਈਆਂ ਤੋਂ ਕੁਸ਼ਾਮਤ ਘੱਟ ਹੁੰਦੀ ਹੋਊਗੀ, ਠੀਕ ਹੈ, ਤੇ ਸਿਰਫ ਇਸ ਗੱਲ ਵਿੱਚ ਬੰਦੇ ਰਹਿ ਜਾਣ ਕਿ ਉਹ ਕੁਸ਼ਾਮਦੀ ਨਹੀਂ, ਉਹ ਗੱਲ ਚੰਗੀ ਨਹੀਂ। ਸੋ ਇਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਉਹ ਵੀ ਸਮਝਣ ਕਿੱਥੇ ਘਾਟਾ ਰਹਿ ਗਈਆਂ। ਢਿੱਲੋਂ ਸਾਹਿਬ ਇਹੀ ਗੱਲ ਸੇਮ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹੀ ਸੀਗੀ। ਉਹਨਾਂ ਨੇ ਕਿਹਾ ਸੀ ਵੀ ਐਡਵਾਈਜ਼ਰਾਂ ਨੂੰ ਕੀ ਪਤਾ, ਸਲਾਹਕਾਰਾਂ ਨੂੰ ਕੀ ਪਤਾ ਹਾਈ ਕਮਾਂਡ ਦੇ ਵੀ ਪੰਜਾਬ 'ਚ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ। ਕੀ ਉਹ ਗੱਲ ਹੁਣ ਨਵੀਂ ਕੈਬਨਿਟ ਤੋਂ ਦਿਸ ਰਹੀ ਹੈ? ਤੁਹਾਨੂੰ ਵੀ ਉਵੇਂ ਲੱਗ ਰਿਹਾ ਵੀ ਐਡਵਾਈਜ਼ਰਾਂ ਜਾਂ ਹਾਈ ਕਮਾਂਡ ਦੇ ਜੋ ਫੈਸਲੇ ਲਿੱਤੇ ਜਾ ਰਹੇ ਉਹ ਸਹੀ ਨਹੀਂ, ਸੀਐਮ ਆਪਦੇ ਲੈਵਲ ਤੇ ਲੈਂਦੇ ਤਾਂ ਵਧੀਆ ਰਹਿੰਦੇ? ਮੈਂ ਸਮਝਦਾ, ਦੇਖੋ ਕੈਪਟਨ ਸਾਹਿਬ ਸਿਆਣੇ ਬੰਦੇ ਆ, ਉਹਨਾਂ ਦਾ ਤਜਰਬਾ ਹੈ, ਪਰ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੂੰ ਹੁਣ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਜਿੱਥੋਂ ਦੀ ਉਹਨਾਂ ਦੀ ਗੱਲ ਹੈ, ਉਹਨਾਂ ਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਜੇ ਉਹੀ ਸਭ ਕੁਝ ਸਮਝ ਕੇ ਚਲਾ ਲੈਂਦੇ ਤੇ ਅੱਜ ਦਾ ਦਿਨ ਹੀ ਨਾ ਆਉਂਦਾ। ਸੋ ਕਿਤੇ ਤਾਂ ਕਮੀਆਂ ਉੱਥੇ ਵੀ ਰਹੀਆਂ ਨਾ, ਤਾਂ ਹੀ ਬਦਲਾਵ ਆਇਆ। ਉਹਨਾਂ ਵੱਲੋਂ ਕੀ ਕਮੀਆਂ ਰਹਿ ਗਈਆਂ ਜਿਹੜਾ ਇੰਨਾ ਵੱਡਾ ਬਦਲਾਵ ਆਇਆ, ਕੈਬਨਿਟ ਬਦਲੂਗੀ, ਤੁਹਾਨੂੰ ਕੀ ਕੀ ਫਰਕ ਰਹਿ ਗਿਆ, ਕੀ ਕਮੀਆਂ ਰਹਿ ਗਈਆਂ? ਉਹ ਗੱਲ ਫਿਰ ਕਿਸੇ ਦਿਨ ਕਰਾਂਗੇ। ਉਹ ਇੱਕ ਲੰਬਾ ਮੁੱਦਾ ਹੈ। ਮੇਰਾ ਉਹਨਾਂ ਨਾਲ ਬੜਾ ਪਿਆਰ ਵਾਲਾ ਰਿਸ਼ਤਾ ਰਿਹਾ, ਸੋ ਮੈਂ ਸਮਝਦਾ ਮੈਂ ਇਸ ਗੱਲ 'ਚ ਪੈਣਾ ਨਹੀਂ ਚਾਹੁੰਦਾ। ਇੱਕ ਗੱਲ ਇਹ ਪੁੱਛਾਂ, ਉਹਨਾਂ 7 ਟਵੀਟ ਕੀਤੇ ਆ, ਉਹਨਾਂ ਨੇ ਕਿਹਾ ਹੈ ਵੀ ਕਾਂਗਰਸ 'ਚ ਹਾਈ ਕਮਾਂਡ ਦੇ ਸਵਾਲ ਚੱਕੇ ਆ, ਜਿਸ ਤਰ੍ਹਾਂ ਸੰਕੇਤ ਦੇ ਰਿਹਾ ਸ਼ਾਇਦ ਪਾਰਟੀ ਵੀ ਛੱਡ ਸਕਦੇ। ਤੁਹਾਨੂੰ ਕੀ ਲੱਗਦਾ ਜੇ ਛੱਡਦੇ ਆ ਕੋਈ ਹੋਰ ਪਾਰਟੀ ਨੂੰ ਕਾਂਗਰਸ ਨੁਕਸਾਨ ਹੋਊਗਾ? ਜਦੋਂ ਕੈਪਟਨ ਸਾਹਿਬ ਕੋਈ ਸਟੈਪ ਚੱਕਣਗੇ, ਦੇਖੋ ਅਜੇ ਤਾਂ ਇਹ ਕਿਆਸ ਰਹੀਆਂ, ਇਹ ਗੱਲ ਉਦੋਂ ਕਰਾਂਗੇ, ਠੀਕ ਹੈ। ਅੱਜ ਉਹਨੂੰ ਪ੍ਰੀਐਮਪਟ ਕਰਨ ਦਾ ਫਾਇਦਾ ਨਹੀਂ। ਸੋ ਉਹਨਾਂ ਵਾਲੀ ਗੱਲ ਕਿਤੇ ਫਿਰ ਕਿਤੇ ਮੌਕਾ ਹੈ ਗੱਲ ਕਰਾਂਗੇ। ਮੈਂ ਸਮਝਦਾ ਕਿ ਇਹ ਗੱਲ ਨਹੀਂ ਹੈ, ਮੈਂ ਉਹਨਾਂ ਦੇ ਨਾਲ ਨੇੜੇ ਹੋ ਕੇ ਕੰਮ ਕੀਤਾ। ਕੈਪਟਨ ਸਾਹਿਬ ਵਿੱਚ ਬੜੀਆਂ ਖੂਬੀਆਂ ਵੀ ਹੈ, ਤੇ ਮੈਂ ਸਮਝਦਾ ਐਤਕੀ ਪਤਾ ਨਹੀਂ ਕੀ ਮਜਬੂਰੀਆਂ ਹੋ ਗਈਆਂ ਤੇ ਕਿਉਂ ਕਮੀਆਂ ਰਹਿ ਗਈਆਂ ਕੁਝ। ਸੋ ਇਸ ਕਰਕੇ ਗੱਲਾਂ ਫਿਰ ਕਿਸੇ ਦਿਨ ਕਰਾਂਗੇ ਜੋ ਫਿਰ ਬੈਠੇ। ਅੱਜ ਆਪਾਂ ਇਸ ਗੱਲ ਤੇ ਕਰੀਏ। ਸੋ ਮੈਂ ਤਾਂ ਅਖੀਰ ਵਿੱਚ ਫਿਰ ਇਹ ਕਹਾਂਗਾ ਕਿ ਕੁਝ ਘਾਟਾ ਰਹਿ ਗਈਆਂ, ਇਹਨਾਂ ਦਾ ਧਿਆਨ ਦੇਣਾ ਚਾਹੀਦਾ। ਜੇ ਆਪਾਂ ਸਾਰੇ ਪਾਰਟੀ ਦੇ ਵੈਲਵਿਸ਼ਰ ਹਾਂ, ਅਸੀਂ ਤਾਂ ਮੈਂ ਆਪਦੇ ਸਾਥੀਆਂ ਨੂੰ ਬੇਨਤੀ ਕਰਨਾ ਕਿ ਗੁੱਸੇ ਗਿਲੇ ਛੱਡੀਏ। ਇਹ ਛੋਟੀਆਂ ਗੱਲਾਂ, ਪੰਜਾਬ ਦੇ ਮੁੱਦੇ, ਪੰਜਾਬ ਦੇ ਮਸਲੇ ਹੱਲ ਕਰਵਾਈਏ ਤੇ ਤਕੜੇ ਹੋ ਕੇ ਦੁਬਾਰਾ ਤੋਂ ਕਾਂਗਰਸ ਦੀ ਸਰਕਾਰ ਬਣਾਈਏ। ਪਰ ਮੈਂ ਨਾਲ ਲੀਡਰਸ਼ਿਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਵਾਰੀ-ਵਾਰੀ ਗਲਤੀਆਂ ਨਾ ਕੀਤੀਆਂ ਜਾਣ। ਇਹਨਾਂ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪੈਂਦਾ ਇਹਨਾਂ ਗਲਤੀਆਂ ਦਾ, ਸੋ ਉਹ ਵੀ ਜ਼ਰੂਰ ਧਿਆਨ ਦੇਣ। ਇੰਪਰੂਵ ਕਿਵੇਂ ਹੋ ਸਕਦੀ ਹੈ? ਤੁਸੀਂ ਪਾਰਟੀ ਦੇ ਵਿੱਚੋਂ ਸਟਰਕਚਰ ਸਾਰਾ ਸਮਝਦੇ ਹੋ, ਲੀਡਰਸ਼ਿਪ ਕਿਵੇਂ ਉਹਨੂੰ ਸੁਣਵਾਈ ਕਿਵੇਂ ਹੋ ਸਕਦੀ ਹੈ, ਕਿਵੇਂ ਇੰਪਰੂਵ ਕਰ ਸਕਦੀ ਹੈ? ਇਹ ਵੀ ਗੱਲ ਵੀ ਤੁਹਾਡੇ ਵਿਧਾਇਕਾਂ ਤੋਂ ਹੀ ਜਾਣੀ। ਚਲੋ ਜਦੋਂ ਕਿਤੇ ਸਲਾਹ ਕਰਨਗੇ, ਪੁੱਛਣਗੇ, ਉਹਨਾਂ ਨੂੰ ਦੱਸਾਂਗੇ ਤੇ ਫਿਰ ਤੁਹਾਨੂੰ ਵੀ ਦੱਸਾਂਗੇ। ਤੇ ਹੁਣ ਜਿਹੜੀ ਕੈਬਨਿਟ ਤੋਂ ਲੱਗਦਾ 30 ਜਿਹੜੇ 90 ਦਿਨ ਰਹਿ ਗਏ ਆ, ਇਨਫ ਨੇ, ਪੂਰੇ ਨੇ ਵੀ ਮੁੱਦੇ ਸੋਲਵ ਹੋ ਜਾਣਗੇ? ਵੱਡੇ ਵੱਡੇ ਵਾਅਦੇ ਕੀਤੇ ਹੋਏ ਨੇ, ਉਮੀਦਾਂ ਬਹੁਤ ਜ਼ਿਆਦਾ ਨੇ, ਤੇ ਹੁਣ ਸਟੈਂਡ ਵੀ ਬਹੁਤ ਵੱਡੇ ਲੈ ਚੁੱਕੇ ਨੇ ਕਾਂਗਰਸ ਪਾਰਟੀ, ਨਵੀਂ ਜਿਹੜੀ ਸਰਕਾਰ ਬਣੀ ਹੈ। ਮੈਂ ਸਮਝਦਾ ਹਾਂ ਕਿ ਪਹਿਲੀ ਗੱਲ ਤਾਂ ਸਾਰੇ ਜਿਹੜੇ ਭਰਾ ਬਣੇ ਆ ਉਹ ਕੰਪੀਟੈਂਟ ਭਰਾ ਹੈ, ਪਰ ਉਹਨਾਂ ਨੂੰ ਇੱਕ ਗੱਲ ਸਮਝਣੀ ਪਊਗੀ। ਸਾਡੀ ਜਿਹੜੀ ਸਰਕਾਰ ਹੈ ਉਹਨੂੰ ਇੱਕ ਗੱਲ ਸਮਝਣੀ ਪਊਗੀ ਕਿ ਉਹਨਾਂ ਨੂੰ ਜਿਹੜੀ ਇਹ 600 ਮੀਟਰ ਦੀ ਰੇਸ ਹੈ ਉਹ 100 ਮੀਟਰ ਦੀ ਸਪੀਡ ਨਾਲ ਭੱਜਣੀ ਪਊਗੀ। ਤੇ ਜਿਹੜੇ 2.5-3 ਮਹੀਨੇ ਰਹਿੰਦੇ ਆ ਦਿਨ ਰਾਤ ਕੰਮ ਕਰਕੇ ਸਾਨੂੰ ਇਹ 6 ਮਹੀਨਿਆਂ 'ਚ ਤਬਦੀਲ ਕਰਨੇ ਪੈਣਗੇ। ਮਤਲਬ ਜਿੰਨਾ 6 ਮਹੀਨਿਆਂ 'ਚ ਕੰਮ ਕਰੀਦਾ ਉਹਨਾਂ ਇਹ 3 ਮਹੀਨਿਆਂ 'ਚ ਕਰਨਾ ਪਊ। ਤੇ ਲੋਕਾਂ ਨੂੰ ਸਾਡੇ ਤੋਂ ਐਕਸਪੈਕਟੇਸ਼ਨ ਵੀ ਹੈ ਤੇ ਲੋਕ ਦੇਖਣਾ ਚਾਹੁੰਦੇ ਆ ਕਿ ਜਿਹੜੇ ਉਹ ਪੰਜਾਬ ਦੇ ਮੁੱਦੇ ਸੀ, ਮਸਲੇ ਸੀ, ਉਹਨਾਂ ਦਾ ਅਸੀਂ ਹੱਲ ਕਰੀਏ। ਤੇ ਮੈਨੂੰ ਪੂਰੀ ਆਪਦੇ ਭਰਾਵਾਂ ਤੋਂ ਉਮੀਦ ਹੈ ਕਿ ਜ਼ਰੂਰ ਮਿਹਨਤ ਕਰਨਗੇ, ਹਿੰਮਤ ਕਰਨਗੇ ਤੇ ਉਹ ਮੁੱਦਿਆਂ ਨੂੰ ਪੂਰਾ ਕਰਨਗੇ, ਸਹੀ ਕਰਨਗੇ, ਤਾਂ ਕਿ ਲੋਕ ਸਾਡੇ ਇਸ ਬਦਲ ਨਾਲ ਖੁਸ਼ ਹੋ ਸਕਣ। ਇੱਕ ਆਖਰੀ ਸਵਾਲ, ਕਿ ਜਿਵੇਂ ਕਿ ਅਕਾਲੀ ਦਲ ਵੱਲੋਂ ਬਲੇਮ ਲਾਇਆ ਜਾ ਰਿਹਾ ਵੀ ਅਫਸਰ ਜਿਹੜੀ ਨੁਮਾਇੰਦਗੀ ਹੋ ਰਹੀ ਹੈ ਉਹ ਇਸ ਕ੍ਰਾਈਟੇਰੀਆ ਤੇ ਹੋ ਰਹੀ ਹੈ, ਇਹ ਕਹਿ ਕੇ ਲਵਾਇਆ ਜਾ ਰਿਹਾ ਵੀ ਅਕਾਲੀ ਦਲ ਨੂੰ ਕਿਹੜਾ ਅੰਦਰ ਦੇਊਗਾ, ਤੇ ਕੁਝ ਕਲੈਰਿਟੀ ਵੀ ਨਹੀਂ ਆਉਂਦੀ। ਕਦੇ ਏਜੀ ਦਾ ਨਾਮ ਕੋਈ ਆ ਜਾਂਦਾ, ਜਿਵੇਂ ਪਹਿਲਾਂ ਮੁੱਖ ਮੰਤਰੀ ਦਾ ਆਇਆ ਸੀ, ਉਹਦੇ 3-4 ਨਾਮ ਆ ਗਏ, ਏਜੀ ਦੇ ਨਾਮ 4-5, ਕੋਈ ਫੈਸਲਾ ਨਹੀਂ ਲੈ ਪਾ ਰਹੇ। ਤਾਂ ਇਸ ਹਿਸਾਬ ਤੋਂ ਲੱਗ ਰਿਹਾ ਵੀ ਸਰਕਾਰ ਬੜੀ ਇਨਐਕਸਪੀਰੀਅੰਸਡ ਹੈ, ਤਜਰਬੇਕਾਰ ਨਹੀਂ। ਦੇਖੋ ਅਕਾਲੀ ਦਲ ਦਾ ਹਾਲ ਇਹ ਹੈ, ਨਾ ਕਿਸੇ ਨੇ ਅਫਸਰ ਨੂੰ ਕੁਝ ਪੁੱਛਿਆ, ਨਾ ਕਿਸੇ ਨੇ ਕਿਸੇ ਨੂੰ ਕੁਝ ਪੁੱਛਿਆ। ਉਹ ਕਈ ਵਾਰੀ ਨਾ ਜਿਹੜਾ ਬੰਦਾ ਆਪ ਚੋਰ ਹੁੰਦਾ ਹੈ, ਉਹ ਕਹਿੰਦੇ ਇੱਕ ਬੜੀ ਪੁਰਾਣੀ ਕਹਾਵਤ ਹੈ, ਚੋਰ ਕੀ ਦਾੜੀ ਮੇਂ ਤਿਣਕਾ।
ਉਹ ਪਹਿਲਾਂ ਹੀ ਰੌਲਾ ਪਾਉਣ ਲੱਗ ਪੈਂਦਾ ਕਿ ਮੈਂ ਨਹੀਂ। ਤੁਸੀਂ ਕਦੀ ਦੇਖਿਓ ਜਦੋਂ ਆਪਾਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਕਈ ਵਾਰੀ ਨਾ ਕਿਸੇ ਦੀ ਕੋਈ ਪੈਨਸਲ ਚੱਕ ਲੈਂਦਾ ਸੀ ਬੱਚਾ, ਤੇ ਟੀਚਰ ਆ ਕੇ ਜੋ ਦਬਕਾ ਮਾਰਦਾ ਸੀ ਕਿ ਵੀ ਦੱਸੋ ਵੀ ਮੈਨੂੰ ਪਤਾ ਕਿਹਨੇ ਚੱਕੀ ਹੈ, ਨਾਲੇ ਟੀਚਰ ਇਹ ਕਹਿੰਦਾ ਉਹ ਜਿਹਨੇ ਚੱਕੀ ਹੁੰਦੀ ਸੀ ਉਹ ਪਹਿਲਾਂ ਕਹਿੰਦੇ ਨਹੀਂ ਮੈਂ ਨਹੀਂ ਜੀ ਚੱਕੀ, ਕਿਉਂਕਿ ਉਹਨੂੰ ਐ ਸੀ। ਸੋ ਅਕਾਲੀ ਦਲ ਵਾਲਿਆਂ ਨੂੰ ਪਤਾ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ, ਤੇ ਸਾਰੇ ਪੰਜਾਬ ਨੂੰ ਪਤਾ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ, ਤੇ ਜਿਹੜਾ ਬਦਲ ਆਇਆ ਉਹ ਇਸੇ ਕਰਕੇ ਆਇਆ ਕਿ ਉਹਨਾਂ ਨੂੰ ਕੈਪਟਨ ਸਾਹਿਬ ਉਹਨਾਂ ਦੀਆਂ ਗਲਤੀਆਂ ਤੇ ਸਲੋ ਚੱਲਦੇ ਰਹੇ। ਮੈਂ ਤਾਂ ਬੜੀਆਂ ਲੰਮੀਆਂ ਗੱਲਾਂ ਨਹੀਂ ਕਰਦਾ। ਇਹ ਬਦਲ ਵੀ ਇਸ ਕਰਕੇ ਆਇਆ ਕਿ ਕੈਪਟਨ ਸਾਹਿਬ ਬਾਵਜੂਦ ਸਾਰਿਆਂ ਦੇ ਕਹਿਣ ਦੇ ਬਾਵਜੂਦ ਪੰਜਾਬ ਦੇ ਉਹਨਾਂ ਦੀਆਂ ਗਲਤੀਆਂ ਤੇ ਸਲੋ ਚੱਲਦੇ ਰਹੇ। ਸੋ ਪਤਾ ਕੈਪਟਨ ਸਾਹਿਬ ਨੂੰ ਵੀ ਸੀ, ਪਤਾ ਸਾਰੇ ਪੰਜਾਬ ਨੂੰ ਵੀ ਹੈ, ਪਤਾ ਅਕਾਲੀ ਦਲ ਨੂੰ ਵੀ ਅਸੀਂ ਕੀਤੀਆਂ। ਸੋ ਹੁਣ ਉਹਨਾਂ ਨੂੰ ਇਹ ਹੈ ਕਿ ਬਦਲ ਆ ਗਿਆ। ਪਹਿਲਾਂ ਤਾਂ ਬੜੇ ਕੰਫਰਟੇਬਲ ਬੈਠੇ ਸੀ, ਠੀਕ ਹੈ, ਉਹਨਾਂ ਨੂੰ ਇਹ ਕਿ ਹੁਣ ਬਦਲ ਆ ਗਿਆ, ਉਹਨਾਂ ਨੂੰ ਇਹ ਹੈ ਕਿ ਸਾਡੀਆਂ ਗਲਤੀਆਂ ਸਾਹਮਣੇ ਲੈ ਕੇ ਆਉਣਗੇ, ਤੇ ਉਹ ਪਹਿਲਾਂ ਹੀ ਆਪਦਾ ਡਿਫੈਂਸ ਤਿਆਰ ਕਰ ਰਹੇ, ਪਰ ਮੇਰੀ ਇੱਕ ਬੇਨਤੀ ਹੈ, ਮੈਂ ਸੁਖਬੀਰ ਸਿੰਘ ਹੋਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਕੁਝ ਨਹੀਂ ਕੀਤਾ ਫਿਰ ਏਡੀ ਘਬਰਾਹਟ ਕਿਉਂ ਮੰਨਦੇ ਹੋ? ਮੈਂ ਪੜ੍ਹਿਆ ਕਿ ਸਾਹਿਬ, ਮੈਂ ਸੁਣਿਆ ਤੁਹਾਡੇ ਚੈਨਲਾਂ ਰਾਹੀਂ ਕਿ ਕਹਿ ਰਹੇ ਆ ਜੀ ਕਿ ਜੇ ਮੈਨੂੰ ਫੜ ਕੇ ਦੇਣਾ ਅੰਦਰ ਦੇ ਦਿਓ। ਕਾਹਦੇ ਵਾਸਤੇ ਅੰਦਰ ਦੇਣਾ? ਅਸੀਂ ਸੁਖਬੀਰ ਸਿੰਘ ਹੋਰਾਂ ਨੂੰ ਕਾਹਦੇ ਵਾਸਤੇ ਅੰਦਰ ਦੇਣਾ? ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਡੀ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਤਾਂ ਹੈ ਨਹੀਂ। ਗਲਤੀਆਂ ਉਹਨਾਂ ਨੇ ਵੀ ਕੀਤੀਆਂ, ਉਹਨਾਂ ਨੂੰ ਪਤਾ ਕੀ ਕੀਤੀਆਂ, ਤੇ ਗਲਤੀਆਂ ਪੰਜਾਬ ਦੇ ਲੋਕਾਂ ਨੂੰ ਵੀ ਪਤਾ। ਸੋ ਸਿਰਫ ਉਹ ਗਲਤੀਆਂ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਣੀ। ਹੁਣ ਇਸ ਗੱਲ ਤੋਂ ਸ਼ਰਮ ਮੰਨਦੇ ਆ ਕਿ ਸਾਡੀਆਂ ਗਲਤੀਆਂ ਤੋਂ ਇਹਨਾਂ ਨੇ ਨਕਾਬ ਚੱਕ ਦੇਣਾ, ਜਿਹੜਾ ਨਹੀਂ ਚੱਕਿਆ ਗਿਆ ਸੀ। ਤੇ ਉਹ ਤਾਂ ਪਹਿਲਾਂ ਹੁਣ ਬੱਚਿਆਂ ਨੂੰ ਹੱਥ ਮਾਰੀ ਜਾਂਦੇ, ਨਹੀਂ ਜੀ ਇਹ ਤਾਂ ਜੀ ਸਾਡੇ ਨਾਲ ਧੱਕਾ ਹੋਊਗਾ। ਅਸੀਂ ਕਾਹਦੇ ਧੱਕਾ ਕਰਨਾ? ਦੇਖੋ, ਅਸੀਂ ਤਾਂ ਉਹਨਾਂ ਦੀਆਂ ਗਲਤੀਆਂ ਬੇਨਕਾਬ ਕਰਨੀਆਂ। ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰੇ ਕੈਬਨਿਟ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ, ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਗਲਤੀਆਂ ਜ਼ਰੂਰ ਬੇਨਕਾਬ ਹੋਣ। ਤੇ ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਥੋੜਾ, ਅਸੀਂ ਕਿਸੇ ਦਾ ਕਾਹਦੇ ਵਾਸਤੇ ਮਾੜਾ ਕਰਨਾ। ਪਰ ਜੇ ਕਿਸੇ ਨੇ ਜ਼ਿੰਮੇਵਾਰੀ ਹੁੰਦੇ ਹੋਇਆਂ ਪੰਜਾਬ ਪ੍ਰਤੀ ਤੇ ਪੰਜਾਬ ਦੇ ਲੋਕਾਂ ਪ੍ਰਤੀ ਤੇ ਗੁਰੂ ਪ੍ਰਤੀ ਗਲਤੀਆਂ ਕੀਤੀਆਂ, ਉਹ ਬੇਨਕਾਬ ਤਾਂ ਹੋਣੀਆਂ ਚਾਹੀਦੀਆਂ ਨਾ। ਇਹ ਇੰਨਾ ਨੇਰਤਾ ਨਹੀਂ ਹੋਣਾ ਚਾਹੀਦਾ ਕਿ ਉਹ ਬੇਨਕਾਬ ਵੀ ਨਾ ਹੋਣ। ਸੋ ਅਸੀਂ ਤਾਂ ਸਿਰਫ ਬੇਨਕਾਬ ਕਰਨੀ। ਦੂਜਾ ਸਵਾਲ ਸੀ ਅਫਸਰਸ਼ਾਹੀ ਵਾਲਾ, ਵੀ ਨਾਮ ਫਲੋਟ ਕਰ ਦਿੰਦੇ ਆ, ਏਜੀ ਦਾ ਨਾਮ ਵੀ 3 ਵਾਰੀ ਆ ਗਿਆ, ਪਹਿਲਾਂ ਸੀਐਮ ਦਾ ਨਾਮ ਵੀ 3 ਵਾਰੀ ਆ ਗਿਆ। ਇਸ ਤੋਂ ਲੋਕਾਂ 'ਚ ਤਾਂ ਐਂ ਜਾ ਰਿਹਾ ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਪਾਰਟੀ 'ਚ, ਕੋਈ ਸਿੱਧੇ ਤਰੀਕੇ ਨਾਲ ਜਵਾਬ ਨਹੀਂ, ਫੈਸਲੇ ਨਹੀਂ ਲਏ ਜਾ ਰਹੇ। ਮੈਂ ਸਮਝਦਾ ਨਹੀਂ ਐਡੀ ਕੋਈ ਗੱਲ ਨਹੀਂ। ਇਹਦੇ ਵਿੱਚ ਤੁਹਾਡੇ ਚੈਨਲ ਹੀ ਬੜੇ ਹੋ ਗਏ ਤੇ ਹਰੇਕ ਬੰਦਾ ਕਾਲੀ ਨਾ ਬ੍ਰੇਕਿੰਗ ਚਲਾ ਦਿੰਦਾ। ਉਹ ਕੋਈ ਵੀ ਸੀਐਮ ਨੂੰ ਮਿਲਣਾ ਜਾਂਦਾ ਹੈ, ਉਹਦੇ ਨਾਲ ਦੇ ਨਿਊਜ਼ ਚੱਲ ਪੈਂਦੀ ਹੈ, ਹੁਣ ਜੀ ਇਹ ਡੀਜੀਪੀ ਲੱਗੂਗਾ, ਹੁਣ ਜੀ ਇਹ ਲੱਗੂਗਾ। ਕੋਈ ਏਡੀ ਗੱਲ ਨਹੀਂ। ਸੀਐਮ ਸਾਹਿਬ ਦਾ ਮਨ ਬੜਾ ਕਲੀਅਰ ਹੈ, ਜਿਹਨੂੰ ਲਾਉਣਾ ਉਹਨਾਂ ਨੇ ਲਾ ਦੇਣਾ। ਢਿੱਲੋਂ ਸਾਹਿਬ, ਮੀਡੀਆ ਤੇ ਨਾ ਵੜੋ ਨਾ, ਸਹੀ ਤਾਂ ਤੁਹਾਡੇ ਅੰਦਰ ਜਿਹੜੇ ਬਾਗੀ ਹੋਏ ਨੇ ਜਾਂ ਜਿਨ੍ਹਾਂ ਦਾ ਰੌਲਾ ਚੱਲ ਰਿਹਾ ਸਟਰੈਂਥ ਦਾ, ਪਾਵਰ ਪਲੇ ਦਾ, ਉਹ ਲੋਕ ਕਰ ਰਹੇ ਆ। ਪਹਿਲਾਂ ਨਾਮ ਤਾਂ ਆਉਂਦੇ ਆ, ਮੀਡੀਆ ਨੂੰ ਪਤਾ ਦੱਸਦਾ ਸੀਐਮਓ, ਫਿਰ ਉਸ ਤੋਂ ਬਾਅਦ ਉਹ ਵਾਪਸ ਲਿਆ ਜਾਂਦਾ, ਫਾਈਲਾਂ ਨਹੀਂ ਭੇਜੀਆਂ ਜਾਂਦੀਆਂ। ਮੈਂ ਤਾਂ ਸਮਝਦਾ ਇਹਦੇ ਬਾਰੇ, ਦੇਖੋ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹਦਾ ਸਵਾਲ ਦਾ ਜਵਾਬ ਦੇਣਾ। ਇਹਦੇ ਬਾਰੇ ਸੀਐਮਓ ਹੀ ਜਵਾਬ ਦੇ ਸਕਦਾ, ਤੁਸੀਂ ਉਹਨਾਂ ਨੂੰ ਪੁੱਛੋ ਇਹਦੇ ਬਾਰੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਕਾਂਗਰਸ ਵਿਧਾਇਕ ਕਿੱਕੀ ਢਿੱਲੋਂ, ਜਿਨ੍ਹਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਵੀ ਮਾਲਵੇ ਦੇ ਖੇਤਰ ਨੂੰ ਇਗਨੋਰ ਕੀਤਾ ਗਿਆ ਹੈਗਾ, ਪੂਰੀ ਜਿਹੜੀ ਕੈਬਨਿਟ ਆ ਉਹ 'ਚ ਬੈਲੈਂਸ ਨਹੀਂ ਬਣਾਇਆ ਗਿਆ। ਹਾਲਾਂਕਿ ਮਾਝੇ ਤੋਂ ਜ਼ਿਆਦਾ ਬੰਦੇ ਨੁਮਾਇੰਦਗੀ ਦਿੱਤੀ ਗਈ ਹੈ, ਪਰ ਜੇ ਮਾਲਵੇ ਨੂੰ, ਜਿੱਥੇ ਵਿਰੋਧੀ ਪਾਰਟੀਆਂ ਦਾ ਜੋ ਗੜ੍ਹ ਮੰਨਿਆ ਜਾਂਦਾ, ਜਿੱਥੇ ਆਮ ਆਦਮੀ ਪਾਰਟੀ ਵੀ ਹਾਵੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਹਾਵੀ ਹੈ, ਉਹਨਾਂ ਦੇ ਪ੍ਰਧਾਨ ਵੀ ਉੱਥੋਂ ਲੜਦੇ ਨੇ, ਵੀ ਉਹਨਾਂ ਨੂੰ ਦੇਖਿਆ ਜਾਣਾ ਚਾਹੀਦਾ ਸੀ, ਪ੍ਰੋਪਰ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਸੀਗੀ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸ਼ਹਿਜ਼ਾਦ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।